बच्चे आज दैट इज आप की करते हैं सब तो पहलों 3.6 ग्राम 3.6 ग्राम ग्लूकोज लेने आ ठीक है एंड ਉਹਦੇ ਵਿੱਚ कैलकुलेट करांगे कैलकुलेट नंबर ऑफ एटम्स किन्ने ने एटम्स किन्ने ने ਆਪਾਂ ਨੂੰ ਇਹ ਕੁਐਸਚਨ ਇਹਦਾ ਮਤਲਬ ਸਭ ਤੋਂ ਪਹਿਲਾਂ ਸਾਨੂੰ ਫਾਈਂਡ ਆਊਟ ਕਰਨਾ ਪਊਗਾ ਗਲੂਕੋਜ਼ ਦਾ ਕੀ ਹਿਸਾਬ ਕਿਤਾਬ ਹੁੰਦਾ ਗਲੂਕੋਜ਼ ਦਾ ਫਾਰਮੂਲਾ ਕੀ ਹੁੰਦਾ ਗਲੂਕੋਜ਼ ਦਾ ਫਾਰਮੂਲਾ ਇਸ ਤਰੀਕੇ ਨਾਲ ਹੁੰਦਾ ठीक है अरे सीधा भी तो लिख सकता है C6H12O6 सॉरी मैं डल गया ठीक है C6H12O6 ਹੁੰਦਾ फॉर एग्जांपल ਸਾਡੇ ਕੋਲੇ ਕਾਰਬਨ 3 ਨੇ ਇਹਦਾ ਮਤਲਬ ਇੱਕ ਮੋਲੀਕਿਊਲ ਪਹਿਲਾਂ ਆਪਾਂ ਮੋਲੀਕਿਊਲਸ ਨੂੰ ਫਾਈਂਡ ਆਊਟ ਕਰਾਂਗੇ ਠੀਕ ਹੈ ਫਿਰ ਆਪਾਂ ਕੀ ਕਰਾਂਗੇ ਮੋਲੀਕਿਊਲਸ ਨੂੰ ਫਾਈਂਡ ਆਊਟ ਕਰਨ ਤੋਂ ਬਾਅਦ ਬੱਚੇ ਆਪਾਂ ਉਹਦੇ ਵਿੱਚ ਨੰਬਰ ਆਫ ਐਟਮਸ ਨੂੰ ਫਾਈਂਡ ਆਊਟ ਕਰਾਂਗੇ ਕਿਉਂਕਿ ਸਾਡਾ ਕੁਐਸਚਨ ਨੰਬਰ ਆਫ ਐਟਮਸ ਦਾ ਹੁਣ ਸਭ ਤੋਂ ਪਹਿਲਾਂ ਸਾਨੂੰ ਇਹਦਾ ਮੋਲਰ ਮਾਸ ਕੈਲਕੂਲੇਟ ਕਰਨਾ ਪਏਗਾ ਮੋਲਰ ਮਾਸ ਤੁਸੀਂ ਕੈਲਕੂਲੇਟਰ ਦੇ ਉੱਤੇ ਕੈਲਕੂਲੇਟ ਕਰਿਓ 6 × 12 plus 12 into 1 plus 16 into 6 ये कितना होएगा मोलर मास बच्चे 180 ओके 180 ग्राम पर मोल ਇਹਦਾ ਮੋਲਰ ਮਾਸ ਆ ਗਿਆ ਠੀਕ ਹੈ ਆਪਾਂ ਹੁਣ ਕੀ ਕਰਦੇ ਹਾਂ ਬੱਚੇ ਆਪਾਂ ਕੁਐਸਚਨ ਨੂੰ ਸਟਾਰਟ ਕਰਦੇ ਹਾਂ ਸਾਡੇ ਕੋਲੇ ਕੁਐਸਚਨ ਨੂੰ ਸਟਾਰਟ ਕਰਨ ਦਾ ਤਰੀਕਾ ਕੀ ਆ ਕੁਐਸਚਨ ਨੂੰ ਸਾਡੇ ਕੋਲੇ ਸਟਾਰਟ ਕਰਨ ਦਾ ਤਰੀਕਾ ਕੀ ਆ ਪਹਿਲਾਂ ਅਸੀਂ ਨੰਬਰ ਆਫ ਮੋਲਸ ਨੂੰ ਕੈਲਕੂਲੇਟ ਕਰ ਲਾਂਗੇ नंबर ऑफ मोल्स का फार्मूला की हुंदा दैट इज वेट बाय मोलर मास ਅਸੀਂ ਹੁਣੇ ਕੈਲਕੂਲੇਟ ਕੀਤਾ ਸੀ which is 180 and we are given with 3.6 gram of glucose ਸਾਡੇ ਕੋਲੇ ਸੈਂਪਲ ਕਿੰਨੇ ਗ੍ਰਾਮਸ ਆ that is 3.6 gram ਇਹਦਾ ਮਤਲਬ ਅਸੀਂ ਕੀ ਕਰਾਂਗੇ 3.6 gram divided by 180 ਆਪਾਂ ਇਹਨਾਂ ਦੀਆਂ ਕੈਲਕੂਲੇਸ਼ਨਸ ਨਹੀਂ ਕਰਾਂਗੇ ਕੈਲਕੂਲੇਸ਼ਨਸ ਤੁਸੀਂ ਆਪ ਕਰ ਲਿਓ ਇਹਦਾ ਮਤਲਬ ਇੰਨੇ ਨੰਬਰ ਆਫ moles are present in 3.6 gram of glucose ਇੰਨੇ number of moles present ਆ ਹੁਣ ਅਸੀਂ ਜੇ number of molecules ਨੂੰ calculate ਕਰਾਂਗੇ number of glucose molecules ਕਿੰਨੇ ਹੋਣਗੇ ਉਹ ਹੋਣਗੇ 3.6 over 180 into 1 ਮੋਲ ਦੇ ਵਿੱਚ ਤੁਹਾਨੂੰ ਪਤਾ ਸੀ 6.023 into 10 raised to 23 ਹੁੰਦੇ ਸੀ ਇਹਦਾ ਮਤਲਬ ਕਿ ਹੁਣ ਇੰਨੇ ਮੋਲਸ ਚ ਕਿੰਨੇ ਹੋਣਗੇ ਇਹਦੇ ਨਾਲ ਆਪਾਂ ਸਿੰਪਲੀ 6.023 into 10 raised to 23 ਮਲਟੀਪਲਾਈ ਕਰ ਦਾਂਗੇ ਠੀਕ ਹੈ that is simple लेकिन ਆਪਾਂ फाइंड आउट ਕੀ ਕਰਾਂ ਨੰਬਰ ਆਫ ਐਟਮਸ ਕਿੰਨੇ ਨੇ C6H12O6 which means कि we are having 6 कार्बन ने साडे कोले 12 साडे कोले की आ गए हाइड्रोजन्स 12 and 6 means 18 and 6 साडे कोले कितने आएंगे 24 ਇਹਦਾ ਮਤਲਬ ਇੱਕ ਗਲੂਕੋਸ ਮੋਲੀਕਿਊਲ ਦੇ ਵਿੱਚ ਕਿੰਨੇ ਆ ਰਹੇ ਆ 24 ਐਟਮਸ ਆ ਰਹੇ ਆ ਤੇ ਸਾਨੂੰ ਜੇ ਨੰਬਰ ਆਫ ਗਲੂਕੋਸ ਦੇ ਨੰਬਰ ਆਫ ਐਟਮਸ ਨੂੰ ਕੈਲਕੂਲੇਟ ਕਰਨਾ ਅਸੀਂ ਨੰਬਰ ਆਫ ਐਟਮਸ ਨੂੰ ਜੇ ਅਸੀਂ ਕੈਲਕੂਲੇਟ ਕਰਨਾ उस टाइम पे की होगा 3.6 divided by 180 into 6.023 into 10 raised to power 23 into 24 कर दोगे that's all ठीक है ਹੁਣ ਚਲੋ ਇਸ ਕੁਐਸਚਨ ਨੂੰ ਥੋੜਾ ਜਿਹਾ ਹੋਰ ਆਪਾਂ ਡਿਟੇਲਸ ਕਰ ਲੈਂਦੇ ਹਾਂ ਕਿ ਕੈਲਕੂਲੇਟ ਨੰਬਰ ਆਫ ਪ੍ਰੋਟੋਨਸ ਕੈਲਕੂਲੇਟ ਕਰ ਲਓ ਹੁਣ ਜਦੋਂ ਤੁਸੀਂ ਪ੍ਰੋਟੋਨਸ ਵੱਲ ਵਧੋਗੇ ਬੱਚੇ ਤੇ ਉਸ ਟਾਈਮ ਤੁਹਾਨੂੰ ਨਹੀਂ ਪਤਾ ਕਿ ਇੱਕ ਕਾਰਬਨ ਦੇ ਵਿੱਚ ਕਿੰਨੇ ਪ੍ਰੋਟੋਨਸ ਹੁੰਦੇ ਆ 6 36 प्रोटॉन्स ते यही कंट्रीब्यूट करूंगा 36 प्रोटॉन्स ते यही कंट्रीब्यूट करूंगा 12 प्रोटॉन्स ए कंट्रीब्यूट करूंगा ठीक है 16 into 8 8 6 ਦਾ ਕਿੰਨੇ ਹੁੰਦੇ ਆ 48 ਇਹਦਾ ਮਤਲਬ 48 ਪ੍ਰੋਟੋਨਸ ਜਿਹੜੇ ਹੈਗੇ ਆ ਇਹ ਕੰਟਰੀਬਿਊਟ ਕਰੂਗਾ ਇਹਨਾਂ ਸਾਰਿਆਂ ਨੂੰ ਟੋਟਲ ਕਰਕੇ ਜੇ ਤੁਸੀਂ ਨੰਬਰ ਆਫ ਪ੍ਰੋਟੋਨਸ ਮਲਟੀਪਲਾਈ ਕਰਨਾ ਵਾ ਨੰਬਰ ਆਫ ਪ੍ਰੋਟੋਨਸ ਜਾਂ ਇਲੈਕਟ੍ਰੋਨਸ ਜਾਂ ਨਿਊਟਰੋਨਸ ਕੈਲਕੂਲੇਟ ਕਰਨੇ ਆ then you have to ਪਰ ਜਦੋਂ ਨਿਊਟਰੋਨਸ ਦੀ ਆਊਗੀ ਜੇ ਐਂਟਰੈਂਸ ਟੈਸਟ ਦੇ ਵਿੱਚ ਮੰਨ ਲਓ ਕਿ ਤੁਹਾਨੂੰ ਨਿਊਟਰੋਨਸ ਪੁੱਛ ਲੈਂਦੇ ਆ ਤੇ ਹਾਈਡਰੋਜਨ ਦੇ ਵਿੱਚ ਨਿਊਟਰੋਨ ਨਹੀਂ ਪ੍ਰੈਜ਼ੈਂਟ ਹੁੰਦਾ ਇਸ ਕਰਕੇ ਉਹਨੂੰ ਕੈਲਕੂਲੇਟ ਨਹੀਂ ਜੋ ਕਰਨਾ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਿਓ ਹਾਈਡਰੋਜਨ ਦਾ ਜਿਹੜਾ ਆਈਸੋਟੋਪ ਆਪਾਂ ਡੀਲ ਕਰਦੇ ਪਏ ਉਹਦੇ ਚ ਇੱਕ ਪ੍ਰੋਟੋਨ ਹੁੰਦਾ ਇੱਕ ਹੀ ਇਲੈਕਟ੍ਰੋਨ ਹੁੰਦਾ ਨਿਊਟਰੋਨ ਨਹੀਂ ਪ੍ਰੈਜ਼ੈਂਟ ਹੁੰਦਾ
ਇਸ ਕਰਕੇ ਆਪਾਂ ਜੇ ਇਹਨਾਂ ਨੂੰ ਕੈਲਕੂਲੇਟ ਕਰਨਾ ਪ੍ਰੋਟੋਨ ਕਰਨਾ ਤੇ ਇਹਨਾਂ ਦਾ ਟੋਟਲ ਇੱਥੇ 24 ਦੀ ਜਗ੍ਹਾ ਤੇ ਮਲਟੀਪਲਾਈ ਕਰ ਦਾਂਗੇ। ਜੇ ਇਲੈਕਟ੍ਰੋਨਸ ਕੈਲਕੂਲੇਟ ਕਰਨੇ ਇਹਨਾਂ ਦਾ ਟੋਟਲ ਕਰਾਂਗੇ 24 ਦੀ ਜਗ੍ਹਾ ਤੇ ਉਹਨਾਂ ਨੂੰ ਰੱਖ ਕੇ ਮਲਟੀਪਲਾਈ ਕਰ ਦਾਂਗੇ। ਠੀਕ ਹੈ, ਇਹਦੀ ਕੈਲਕੂਲੇਸ਼ਨ ਤੁਸੀਂ ਆਪ ਕਰ ਲਿਓ। ਹੁਣ ਉਸ ਤੋਂ ਬਾਅਦ ਸਾਡੇ ਕੋਲ ਕੁਐਸਚਨ ਹੁੰਦਾ, ਨੈਕਸਟ ਕੁਐਸਚਨ ਇਜ਼, ਹੁਣ ਸਾਰੇ ਨੂਮੈਰੀਕਲਸ ਹੀ ਨੇ ਬੱਚੇ। ਨੂਮੈਰੀਕਲਸ ਦੇ ਵਿੱਚ ਅਸੀਂ ਹੋਰ ਨੂਮੈਰੀਕਲਸ ਵੀ ਦੇਖ ਲੈਂਦੇ ਆ। ਫॉर ਐਗਜ਼ਾਮਪਲ ਸਾਡੇ ਕੋਲੇ ਇੱਕ ਨੂਮੈਰੀਕਲਸ ਹੁੰਦਾ ਨੰਬਰ ਆਫ ਆਇਨਸ ਦੇ ਉੱਤੇ, ਨੰਬਰ ਆਫ ਆਇਨਸ ਦੇ ਉੱਤੇ। ਫॉर ਐਗਜ਼ਾਮਪਲ ਮੇਰੇ ਕੋਲੇ ਕੋਈ ਵੀ ਇੱਕ ਰੈਂਡਮ ਲੈ ਲਓ 0.53 ग्राम of Na2CO3 present ਆ। ठीक है, Na2CO3 present ਆ। ਹੁਣ ਤੁਸੀਂ ਇਹਦੇ ਚ ਕੈਲਕੂਲੇਟ ਕੀ ਕਰਨਾ, ਕੈਲਕੂਲੇਟ ਕਰੋ ਆਇਨਸ। ਸਭ ਤੋਂ ਪਹਿਲਾਂ ਤੇ ਇਹ ਪਤਾ ਕਰੋ ਕਿ Na2CO3 ਦੇ ਵਿੱਚ ਆਇਨਸ ਕਿੰਨੇ ਨੇ। Na2CO3 ਦੇ ਵਿੱਚ ਆਇਨਸ ਕਿੰਨੇ ਹੋਣਗੇ ਬੱਚੇ ਆਇਨਸ? ਕਿੰਨੇ ਆਇਨਸ ਹੋਣਗੇ Na2CO3 ਦੇ ਵਿੱਚ? ਕਿੰਨੇ ਹੋਣਗੇ ਬੱਚੇ ਇਹਦੇ ਚ ਆਇਨਸ? ਬੱਚੋ 10th ਦੇ ਵਿੱਚ ਤੁਸੀਂ ਪੜਿਆ ਨਹੀਂ ਹੈ ਕਿ CO3 ਜਿਹੜਾ ਹੈਗਾ ਵਾ, CO3 ਉਹਦੇ ਤੇ 2 ਨੈਗੇਟਿਵ ਦਾ ਚਾਰਜ ਹੁੰਦਾ। ਠੀਕ ਹੈ, 2 ਨੈਗੇਟਿਵ ਦਾ ਚਾਰਜ ਹੈ ਤੇ ਸੋਡੀਅਮ ਬਿਲੋਂਗ ਟੂ ਫਸਟ ਗਰੁੱਪ। ਇਸ ਕਰਕੇ Na ਦੇ ਉੱਤੇ ਜਿਹੜਾ ਪੋਜ਼ਿਟਿਵ ਚਾਰਜ ਹੁੰਦਾ, ਦੂਜੇ Na ਦੇ ਉੱਤੇ ਵੀ ਪੋਜ਼ਿਟਿਵ ਚਾਰਜ ਹੁੰਦਾ। ਹੁਣ ਜੇ ਤੁਸੀਂ ਇਹਨੂੰ ਕੰਬਾਈਨ ਕਰੋਗੇ ਤਾਂ ਸਾਡੇ ਕੋਲੇ ਫਾਰਮੂਲਾ ਕੀ ਆ ਜਾਊਗਾ Na2CO3। ਲੇਕਿਨ ਜਿੱਦਾਂ ਹੀ ਇਹ ਪਾਣੀ ਚ ਘੁਲੂਗਾ ਤੇ ਆਪਣੇ ਆਪ ਨੂੰ ਬ੍ਰੇਕ ਡਾਊਨ ਵੀ ਤੇ ਕਰੂਗਾ ਤੇ ਇਹਦੇ ਚੋਂ ਆਇਨਸ ਕਿੰਨੇ ਨਿਕਲ ਰਹੇ ਆ? ਦੇਖੋ 3 ਆਇਨਸ ਨਿਕਲ ਰਹੇ ਆ ਬੱਚੇ। ਠੀਕ ਹੈ, ਆਪਾਂ ਆਇਨਸ ਦੀ ਗੱਲ ਕੀਤੀ ਆ। ਜੇ ਕੈਟਾਇਨਸ ਪੁੱਛਣਗੇ ਤੇ 2 ਕੈਟਾਇਨਸ ਨਿਕਲ ਰਹੇ ਆ ਸਿਰਫ ਇੱਕ ਮੋਲੀਕਿਊਲ ਦੇ ਵਿੱਚੋਂ। ਤੇ ਇਹਨੂੰ ਵੀ ਫਾਈਂਡ ਆਊਟ ਕਰਨ ਦਾ ਆਪਣੇ ਕੋਲ ਕੀ ਤਰੀਕਾ ਬੱਚੇ? ਹੁਣ ਅਸੀਂ ਇਹਨੂੰ ਵੀ ਦੇਖਾਂਗੇ। ਠੀਕ ਹੈ, ਇਹਨੂੰ ਵੀ ਦੇਖਾਂਗੇ। ਹੁਣ ਸਾਡੇ ਕੋਲੇ ਨੰਬਰ ਆਫ ਮੋਲਸ ਨੂੰ ਫੇਰ ਆਪਾਂ ਕੈਲਕੂਲੇਟ ਕਰ ਲਾਂਗੇ। ਨੰਬਰ ਆਫ ਮੋਲਸ ਕਿਹਦੇ ਬਰਾਬਰ ਨੇ? ਨੰਬਰ ਆਫ ਮੋਲਸ ਇਜ਼ ਇਕੁਅਲ ਟੂ weight ਬਾय ਮੋਲਰ ਮਾਸ। ਐਂਡ ਇਹਦਾ ਮੋਲਰ ਮਾਸ ਕੈਲਕੂਲੇਟ ਕਰੋ ਬੱਚੇ। 23 into 2 plus 12 plus 16 into 3 ਕਿੰਨਾ ਹੋਇਆ? 23 into 2 plus 12 plus 16 into 3 106. 106 ओके 106 ग्राम पर मोल। ठीक है, ਸਾਡੇ ਕੋਲੇ ਇੰਨਾ ਮਾਸ ਆ ਗਿਆ। ਹੁਣ ਅਸੀਂ ਇਹਨੂੰ ਕੈਲਕੂਲੇਟ ਕਰਾਂਗੇ ਬੱਚੇ। ਹੁਣ ਦੇਖੋ ਸਾਡੇ ਕੋਲੇ ਨੰਬਰ ਆਫ ਮੋਲਸ ਮੈਂ ਸਮਾਲ n ਦੇ ਨਾਲ ਰਿਪਰੈਜ਼ੈਂਟ ਕਰਦਾ which is equal to sorry 0.53 divided by 106 ਇੰਨੇ ਮੋਲਸ ਆ ਗਏ ਇਹਦੇ ਚ। ਠੀਕ ਹੈ, 0.53 ਦੇ ਸੈਂਪਲ ਦੇ ਵਿੱਚ। ਹੁਣ ਤੁਹਾਨੂੰ ਵੀ ਪਤਾ ਕਿ ਨੰਬਰ ਆਫ ਮੋਲੀਕਿਊਲਸ ਕਿੰਨੇ ਆ ਜਾਣਗੇ? ਨੰਬਰ ਆਫ ਮੋਲੀਕਿਊਲਸ ਕਿੰਨੇ ਹੋਣਗੇ Na2CO3 ਦੇ? Na2CO3 ਲਿਖ ਦੇਣਾ ਮੈਂ ਇੱਥੇ। ਕਿੰਨੇ ਹੋਣਗੇ? 0.53 divided by 106 into ਇੱਕ ਮੋਲ ਦੇ ਵਿੱਚ ਕਿੰਨੇ ਮੋਲੀਕਿਊਲਸ ਹੋਣਗੇ? 6.023 into 10⁻23 ਤੇ ਇੱਥੇ ਕੀ ਹੋਊਗਾ? 6.023 into 10⁻23 ਇੰਨੇ ਮੋਲੀਕਿਊਲਸ ਆ ਜਾਣਗੇ। ਠੀਕ ਹੈ, ਇੰਨੇ ਮੋਲੀਕਿਊਲਸ ਆ ਜਾਣਗੇ। ਤੇ ਆਇਨਸ ਕਿੰਨੇ ਹੋਣਗੇ? ਨੰਬਰ ਆਫ ਆਇਨਸ ਕਿੰਨੇ ਹੋ ਜਾਣਗੇ ਬੱਚੇ? ਨੰਬਰ ਆਫ ਆਇਨਸ ਹੋ ਜਾਣਗੇ 0.53 divided by 106 into 6.023 into 10⁻23 into ਇੱਕ ਆਪਾਂ ਦੇਖੋ Na ਪੋਜ਼ਿਟਿਵ ਤੇ CO3 2 ਨੈਗੇਟਿਵ। ਇਹਦੇ ਚ ਦੇਖੋ ਇੱਕ ਮੋਲੀਕਿਊਲ ਦੇ ਵਿੱਚ ਕਿੰਨੇ ਨਿਕਲ ਰਹੇ ਆ? ਇੱਕ ਆਇਨ, 2 ਆਇਨ ਤੇ 3 ਆਇਨ। ਇਹਦਾ ਮਤਲਬ ਅਸੀਂ ਇੱਥੇ 3 ਨਾਲ ਮਲਟੀਪਲਾਈ ਕਰ ਦਾਂਗੇ। ਜੇ ਸਾਨੂੰ ਸਿਰਫ ਤੇ ਸਿਰਫ ਕੈਟਾਇਨਸ ਕੈਲਕੂਲੇਟ ਕਰਨੇ ਆ ਬੱਚੇ ਤੇ ਫਿਰ ਅਸੀਂ 2 ਨਾਲ ਕਰਾਂਗੇ ਕਿਉਂਕਿ 2 ਹੀ ਕੈਟਾਇਨਸ ਪ੍ਰੈਜ਼ੈਂਟ ਹੈ। Na ਪੋਜ਼ਿਟਿਵ 2 ਨੇ। ਜੇ ਸਾਨੂੰ ਅਨਾਇਨਸ ਪੁੱਛ ਲੈਂਦੇ ਆ ਤੇ ਸਿਰਫ ਤੁਸੀਂ CO3 ਨੂੰ ਮੈਂਸ਼ਨ ਕਰਨਾ, ਫਿਰ ਤੇ ਜਿੰਨੇ ਆ ਮੋਲੀਕਿਊਲਸ ਨੇ ਉਨੇ ਹੀ ਹੋਣਗੇ। ਕਿਉਂ? ਕਿਉਂਕਿ ਹਰ ਮੋਲੀਕਿਊਲ ਦੇ ਪਿੱਛੇ ਇੱਕ ਹੀ ਅਨਾਇਨ ਆ ਲੇਕਿਨ ਕੈਟਾਇਨ 2 ਨੇ।
लेकिन ਆਪਾਂ ਆਪਣਾ ਇੱਥੇ ਕੁਐਸਚਨ ਕੀ ਸੀ ਕੈਲਕੂਲੇਟ ਆਇਨਸ, ਇਸ ਕਰਕੇ ਆਪਾਂ ਨੂੰ ਕੀ ਕਰਨਾ ਪਊਗਾ, ਇਹਦੇ ਨਾਲ 3 ਨਾਲ ਮਲਟੀਪਲਾਈ ਕਰਨਾ ਪਊਗਾ। ਜੇ ਅਸੀਂ ਇੱਥੇ ਇਸੇ ਕੁਐਸਚਨ ਨੂੰ ਕੈਲਕੂਲੇਟ ਕੈਟਾਇਨਸ ਕਰ ਦਿੰਨੇ ਆ, ਦੈਨ ਅਸੀਂ ਇਥੋਂ 3 ਨੂੰ ਹਟਾ ਦਾਂਗੇ, 2 ਨਾਲ ਮਲਟੀਪਲਾਈ ਕਰਾਂਗੇ ਕਿਉਂਕਿ ਸਾਡੇ ਕੋਲੇ ਕੈਟਾਇਨ ਸਿਰਫ ਆ 2 ਨੇ। ਤੇ ਜੇ ਸਾਨੂੰ ਕੈਲਕੂਲੇਟ ਅਨਾਇਨਸ ਕਹਿ ਦਿੰਦੇ ਆ ਤੇ ਦੈਟ ਮੀਨਸ ਕਿ ਜੋ ਉੱਤੇ ਲਿਖਿਆ ਤੁਸੀਂ ਆ ਮੋਲੀਕਿਊਲ ਜਿੰਨੇ ਨੇ, ਹਰ ਮੋਲੀਕਿਊਲ ਦੇ ਵਿੱਚ ਇੱਕ ਹੀ ਅਨਾਇਨ ਆ, which means ਕਿ ਜੇ ਤੁਸੀਂ ਹੁਣ ਇੱਥੇ ਕੈਟਾਇਨਸ ਕਰ ਦਿਓ, ਠੀਕ ਹੈ। ਜੇ ਤੁਸੀਂ ਹੁਣ ਕੈਲਕੂਲੇਟ ਅਨਾਇਨ ਕਰਨੇ ਤਾਂ ਇੱਥੇ ਅਨਾਇਨ ਲਿਖ ਕੇ ਇਹੀ ਆਨਸਰ ਤੁਸੀਂ ਥੱਲੇ ਲਿਖ ਦੇਣਾ, ਕਿਉਂਕਿ ਜਿੰਨੇ ਮੋਲੀਕਿਊਲਸ ਹੋਣਗੇ ਹਰ ਮੋਲੀਕਿਊਲ ਦੇ ਪਿੱਛੇ ਇੱਕ ਅਨਾਇਨ ਹੋਏਗਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਬੱਚੇ ਇੱਕ ਹੋਰ ਕੁਐਸਚਨ ਕਰਦੇ ਹਾਂ, ਇਹਨੂੰ ਮੈਂ ਰਬ ਕਰਦਾ, ਸਮਝ ਆ ਰਿਹਾ ਬੱਚੇ? Yes, sir. Yes, sir. ਓਕੇ ਬੱਚੇ। ਹੁਣ ਕੀ ਹੁੰਦਾ ਵਾ ਕਿ ਕਈ ਵਾਰ ਅਸੀਂ ਕਨਫਿਊਜ਼ ਹੋ ਜਾਂਦੇ ਆ ਬੱਚੇ। ਫॉर ਐਗਜ਼ਾਮਪਲ ਮੰਨ ਲਓ ਕਿ ਮੇਰੇ ਕੋਲੇ H2SO4 ਦਾ ਸੈਂਪਲ ਆ, ਠੀਕ ਹੈ, ਐਂਡ ਹੁਣ ਉਹਨਾਂ ਨੇ ਕੁਐਸਚਨ ਨੂੰ ਥੋੜਾ ਟਵਿਸਟ ਕੀਤਾ, ਕਰਤਾ। ਕਿੱਦਾਂ ਕਰਤਾ? ਉਹ ਕਹਿੰਦੇ ਕਿ 0.98 ਆ। ਮੈਂ ਆਪਣੇ ਵੱਲੋਂ ਨਿਊਮੈਰੀਕਲਸ ਬਣਾਉਣਾ ਬੱਚੇ, ਇਸ ਕਰਕੇ ਈਜ਼ੀਲੀ ਜਿਹੜੇ ਸੋਲਵ ਹੋ ਜਾਣ ਉਹਨਾਂ ਕੁਐਸਚਨਸ ਨਾਲ ਹੀ ਡੀਲ ਕਰੂੰਗਾ। ਆਪਣੇ ਕੋਲੇ ਉਹਨਾਂ ਨੇ ਕੀ ਕਿਹਾ ਕਿ 0.98 ਗ੍ਰਾਮ H2SO4 ਆ, ਤੇ ਉਹਨਾਂ ਨੇ ਹੁਣ ਕੀ ਪੁੱਛਿਆ? ਉਹਨਾਂ ਨੇ ਹੋਰ ਕੁਝ ਨਹੀਂ ਪੁੱਛਿਆ, ਮੋਲੀਕਿਊਲਸ ਨਹੀਂ ਪੁੱਛਿਆ, ਉਹਨਾਂ ਨੇ ਸਿਰਫ ਕੀ ਕੀਤਾ ਕਿ ਨੰਬਰ ਆਫ, ਤੁਸੀਂ ਇਹਦੇ ਚ ਕੁਝ ਵੀ ਲੈ ਸਕਦੇ ਹੋ, ਸਲਫਰ ਦੇ ਐਟਮਸ ਤੇ ਉਨੇ ਹੋਣਗੇ ਜਿੰਨੇ ਮੋਲੀਕਿਊਲਸ। ਸਾਨੂੰ ਉਹਨਾਂ ਨੇ ਪੁੱਛ ਲਿਆ ਆਕਸੀਜਨ ਦੇ ਐਟਮਸ ਕਿੰਨੇ ਨੇ, ਠੀਕ ਹੈ। ਤੁਸੀਂ ਕੁਝ ਵੀ ਕੈਲਕੂਲੇਟ ਕਰ ਸਕਦੇ ਹੋ। ਜਿੱਦਾਂ ਪਹਿਲਾ ਕੇਸ ਸੀ ਉਹਦੇ ਚ ਆਪਾਂ ਐਟਮਸ ਨੂੰ ਕੈਲਕੂਲੇਟ ਕੀਤਾ, ਫਿਰ ਪ੍ਰੋਟੋਨਸ ਇਲੈਕਟ੍ਰੋਨਸ ਦੀ ਵੀ ਗੱਲ ਕੀਤੀ। ਦੂਜਾ ਕੇਸ ਆਇਆ ਉਹਦੇ ਚ ਆਇਨਸ ਆ ਗਏ। ਆਇਨਸ ਤੋਂ ਬਾਅਦ ਹੁਣ ਤੀਜਾ ਜਿਹੜਾ ਆ ਗਿਆ, ਹੁਣ ਆਇਆ ਸਾਡੇ ਕੋਲੇ ਆਕਸੀਜਨ ਦੇ ਇੱਕ ਪਾਰਟਿਕੂਲਰ ਐਟਮ ਕਿੰਨਾ ਪ੍ਰੈਜ਼ੈਂਟ ਆ, ਉਹਦੇ ਕੁਐਸਚਨਸ ਆ ਗਏ। ਹੁਣ ਤੁਸੀਂ ਦੇਖੋ ਕਿ ਨੰਬਰ ਆਫ ਮੋਲਸ ਜਿਹੜੇ ਹੈਗੇ ਆ, ਨੰਬਰ ਆਫ ਮੋਲਸ ਜਿਹੜਾ ਉਹ ਕੀ ਹੁੰਦਾ, weight ਬਾय ਮੋਲਰ ਮਾਸ। ਤੇ H2SO4 ਦਾ weight ਆਪਾਂ ਪਹਿਲਾਂ ਮੋਲਰ ਮਾਸ ਕੈਲਕੂਲੇਟ ਕੀਤਾ, that was 98, ਤਾਂ ਹੀ ਮੈਂ ਇੱਥੇ 98 ਲਿਆ ਹੈ ਕਿ 0.98 ਕੱਟਿਆ ਜਾਊਗਾ ਈਜ਼ੀਲੀ, ਠੀਕ ਹੈ। ਹੁਣ ਇਹ ਕਿੰਨਾ ਆ ਗਿਆ 0.98 ਡਿਵਾਈਡਡ ਬਾਈ 98, ਕਿਉਂਕਿ ਆਪਾਂ ਗ੍ਰਾਮਸ ਸੀ ਇਸ ਕਰਕੇ ਇਹਨੂੰ ਆਪਾਂ ਡੈਸੀਮਲ ਨੂੰ ਹਟਾ ਨਹੀਂ ਸੀ ਸਕਦੇ, ਠੀਕ ਹੈ। ਇੰਨੇ ਮੋਲਸ ਆ ਗਏ। ਹੁਣ ਤੁਹਾਡੇ ਕੋਲੇ ਕੀ ਹੋਊਗਾ, ਨੰਬਰ ਆਫ ਮੋਲੀਕਿਊਲਸ ਆਣਗੇ। ਤੁਸੀਂ ਉਹੀ ਸਟੈਪਸ ਫੋਲੋ ਕਰਨੇ ਆ ਬੱਚੇ, ਨੰਬਰ ਆਫ ਮੋਲੀਕਿਊਲਸ ਕਿੰਨੇ ਆਣਗੇ, 0.98 ਡਿਵਾਈਡਡ ਬਾਈ 98 ਇਨਟੂ ਨੰਬਰ ਆਫ ਮੋਲੀਕਿਊਲਸ ਕਿੰਨੇ ਹੋਣਗੇ H2SO4 ਦੇ, ਆਪਣੇ ਕੋਲੇ 6.023 ਇਨਟੂ 10⁻23, ਠੀਕ ਹੈ। ਹੁਣ ਸਾਡੇ ਕੋਲੇ ਨੰਬਰ ਆਫ ਆਕਸੀਜਨ ਐਟਮਸ ਕਿੰਨੇ ਹੋ ਜਾਣਗੇ, that will be 0.98 divided by 98 into 6.023 into 10⁻23 into ਆਕਸੀਜਨ ਦੇ ਐਟਮਸ ਕਿੰਨੇ ਹੋਣਗੇ ਬੱਚੇ, ਆਕਸੀਜਨ ਦੇ ਐਟਮਸ ਹੋ ਜਾਣਗੇ ਇੱਕ ਮੋਲੀਕਿਊਲ ਦੇ ਵਿੱਚ ਕਿੰਨੇ ਨੇ, they are 4 ਕਿੰਨੇ ਹੋ ਗਏ ਸਾਡੇ ਕੋਲੇ, 4 ਨੇ। ਇਹਦਾ ਮਤਲਬ ਕੀ ਆ ਕਿ ਸਾਡੇ ਕੋਲੇ 4 ਨਾਲ ਇਹਨੂੰ ਮਲਟੀਪਲਾਈ ਕਰ ਦਾਂਗੇ, we will get the number of oxygen atoms, ਠੀਕ ਹੈ। ਹੁਣ ਸਾਡੇ ਕੋਲੇ ਇੱਕ ਇਸ ਤਰੀਕੇ ਦਾ ਵੀ ਕੁਐਸਚਨ ਆ ਸਕਦਾ ਬੱਚੇ, ਐਂਡ ਇੱਕ ਹੋਰ ਡਿਫਰੈਂਟ ਟਾਈਪ ਦਾ ਕੁਐਸਚਨ ਵੀ ਆ ਸਕਦਾ। ਹੋ ਗਿਆ ਬੱਚੇ ਕਲੀਅਰ? ਇਹਦੇ ਵਿੱਚ ਤੁਸੀਂ ਹਾਈਡਰੋਜਨ ਐਟਮ ਨੂੰ ਵੀ ਫਾਈਂਡ ਆਊਟ ਕਰ ਸਕਦੇ ਹੋ। ਜੇ ਇੱਥੇ ਹਾਈਡਰੋਜਨ ਲਿਖੋਗੇ ਤੇ ਫਿਰ ਤੁਹਾਨੂੰ 4 ਦੀ ਜਗ੍ਹਾ ਤੇ 2 ਕਰਨਾ ਪਊਗਾ, ਕਿਉਂਕਿ ਇਨ ਅ ਸਿੰਗਲ molecule of H2SO4 there are only 2 hydrogen atoms. That's why we have to multiply. If we replace oxygen with hydrogen and we have to find number of hydrogen atoms, then we have to multiply it with 2, ठीक है, not with 4। ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਿਓ ਕਿ ਜੇ ਤੁਸੀਂ ਆਕਸੀਜਨ ਨੂੰ ਰਿਪਲੇਸ ਕਰ ਰਹੇ ਹੋ ਵਿਦ ਹਾਈਡਰੋਜਨ ਤੇ ਇੱਥੇ ਤੁਹਾਡਾ ਚੇਂਜ ਆ ਜਾਏਗਾ, 2 ਦੇ ਨਾਲ ਤੁਹਾਨੂੰ ਮਲਟੀਪਲਾਈ ਕਰਨਾ ਪਊਗਾ, ਕਿਉਂਕਿ ਇਨ ਅ ਸਿੰਗਲ ਮੋਲੀਕਿਊਲ ਆਫ H2SO4 there are only 2 hydrogens, ਠੀਕ ਹੈ। ਤੇ ਜੇ ਤੁਸੀਂ ਸਲਫਰ ਕੈਲਕੂਲੇਟ ਕਰਨਾ ਫਿਰ ਤੇ ਤੁਹਾਡਾ ਇਹੀ ਆਨਸਰ ਹੋਊਗਾ, ਲੇਕਿਨ ਤੁਹਾਨੂੰ ਮੈਂਸ਼ਨ ਜ਼ਰੂਰ ਕਰਨਾ ਪਏਗਾ ਬੱਚੇ, ਕਿਉਂਕਿ ਨੰਬਰ ਆਫ ਮੋਲੀਕਿਊਲਸ ਦੇ ਵਿੱਚ ਨਹੀਂ ਤੁਸੀਂ ਲਿਖ ਸਕਦੇ,
ਜੋ ਸਪੈਸਿਫਿਕ ਕੁਐਸਚਨ ਆ ਤੁਹਾਨੂੰ ਉੱਥੇ ਤੱਕ ਪਹੁੰਚਣਾ ਹੀ ਪਏਗਾ। ਜਿੱਦਾਂ ਇੱਥੇ ਆਪਣੇ ਕੋਲੇ ਆਕਸੀਜਨ ਐਟਮਸ ਫਾਈਂਡ ਆਊਟ ਕਰਨੇ ਹੀ, ਨੰਬਰ ਆਫ ਆਕਸੀਜਨ ਐਟਮਸ ਫਾਈਂਡ ਆਊਟ ਕਰਨੇ ਹੀ ਪੈਣਗੇ। ਇੱਕ ਹੋਰ ਕੁਐਸਚਨ ਲੈਂਦੇ ਆ, ਸਾਡੇ ਕੋਲੇ ਐਟਮਸ ਦਾ ਹੋ ਗਿਆ ਕੁਐਸਚਨ, ਸਾਡੇ ਕੋਲੇ ਇਲੈਕਟ੍ਰੋਨਸ ਦਾ, ਪ੍ਰੋਟੋਨਸ ਦਾ ਹੋ ਗਿਆ, ਉਸ ਤੋਂ ਬਾਅਦ ਸਾਡੇ ਕੋਲੇ ਆਇਨਸ ਦਾ ਹੋ ਗਿਆ, ਸਾਡੇ ਕੋਲੇ ਇੱਕ ਪਾਰਟਿਕੂਲਰ ਐਟਮ ਦਾ ਹੋ ਗਿਆ। ਆਪਾਂ ਕੀ ਕਰਦੇ ਹਾਂ ਕਿ ਇੱਕ ਨਾ ਹੋਰ ਕੁਐਸਚਨ ਮੈਨੂੰ ਦੇਖ ਲੈਣ ਦਿਓ ਬੱਚੇ। एक होर क्वेश्चन लिखते हैं बच्चे अपना, एंड वो क्वेश्चन की आ साडे कोले डाटा बच्चे कैलकुलेट नंबर ऑफ इलेक्ट्रॉन इन पीस ऑफ वुड। पीस ऑफ वुड आ वुड आ जिहदे विच साडे कोले वेट आ ओदा 20 ग्राम, वेट आ ओदा 20 ग्राम, ठीक है। ਇਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਦਿੱਤਾ ਹੋਇਆ ਕਾਰਬਨ that is equal to 60% ਦਿੱਤੀ ਆ, ਠੀਕ ਹੈ। ਨਾਈਟ੍ਰੋਜਨ ਜਿਹੜੀ ਹੈਗੀ ਆ that is equal to 14% ਐਂਡ ਆਕਸੀਜਨ ਜਿਹੜੀ ਹੈਗੀ ਆ ਸਾਡੇ ਕੋਲੇ that is near about 24%, ਠੀਕ ਹੈ। ਐਂਡ ਹਾਈਡਰੋਜਨ ਜਿਹੜੀ ਹੈਗੀ ਆ, ਜਿਹੜੀ ਰੈਸਟ ਆ ਉਹ ਹਾਈਡਰੋਜਨ ਆ। ਜੇ ਤੁਸੀਂ ਦੇਖੋਗੇ ਤੇ 0 ਤੋਂ ਬਾਅਦ 8 ਬਣਦੇ ਆ ਤੇ 2% ਉਹਨਾਂ ਨੇ ਕੀ ਕੀਤਾ, ਹਾਈਡਰੋਜਨ ਦੇ ਦਿੱਤੀ। ਹੁਣ ਉਹਨਾਂ ਨੇ ਕੁਐਸਚਨ ਦੇ ਵਿੱਚ ਪੁੱਛਿਆ ਨੰਬਰ ਆਫ ਇਲੈਕਟ੍ਰੋਨਸ, ਨੰਬਰ ਆਫ ਇਲੈਕਟ੍ਰੋਨਸ ਪੁੱਛ ਲਿਆ। ਨੰਬਰ ਆਫ ਇਲੈਕਟ੍ਰੋਨਸ ਨੂੰ ਫਾਈਂਡ ਆਊਟ ਕਰਨ ਦਾ ਤਰੀਕਾ ਕੀ ਹੈ ਬੱਚੇ? ਸਭ ਤੋਂ ਪਹਿਲਾਂ ਅਸੀਂ ਕੀ ਆ ਕਿ 20 ਗ੍ਰਾਮ ਦੇ ਵਿੱਚ 60% ਦੇ ਹਿਸਾਬ ਨਾਲ ਕਾਰਬਨ ਨੂੰ ਫਾਈਂਡ ਆਊਟ ਕਰ ਲਾਂਗੇ, ਕਿੰਨੀ ਆ। 20 ਗ੍ਰਾਮ ਦੇ ਵਿੱਚ ਨਾਈਟ੍ਰੋਜਨ ਦੀ 14% ਆ, ਉਸ ਹਿਸਾਬ ਨਾਲ ਅਸੀਂ ਨਾਈਟ੍ਰੋਜਨ ਨੂੰ ਫਾਈਂਡ ਆਊਟ ਕਰ ਲਾਂਗੇ। ਇਹ ਥੋੜਾ ਲੈਂਥੀ ਹੋ ਜਾਏਗਾ, ਲੇਕਿਨ ਮੈਂ ਤੁਹਾਨੂੰ ਇੱਕ ਡਾਇਰੈਕਟ ਕਰ ਦੂੰਗਾ, ਆਈਡੀਆ ਦੇ ਦੂੰਗਾ ਕਿ ਕਿਹੜੇ ਤਰੀਕੇ ਨਾਲ ਇਹਨੂੰ ਕੈਲਕੂਲੇਟ ਕਰਨਾ। ਕੈਲਕੂਲੇਸ਼ਨ ਤੁਸੀਂ ਆਪ ਕਰ ਲਿਓ। ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ ਤੁਹਾਨੂੰ, ਅੱਗੇ ਆਪਾਂ 6.023 ਜਦੋਂ ਸਾਡੇ ਕੋਲੇ ਕਾਰਬਨ ਦਾ ਅਮਾਉਂਟ ਇਹਦੇ ਵਿੱਚ ਮਿਲ ਗਿਆ ਬੱਚੇ, ਦੇਖੋ 20 ਗ੍ਰਾਮ ਚ ਕਿੰਨੀ ਕਾਰਬਨ ਆ ਉਹਨੂੰ ਕੈਲਕੂਲੇਟ ਕਰਨਾ ਮੁਸ਼ਕਿਲ ਆ। ਸਿਰਫ ਜੇ ਤੁਹਾਡੇ ਕੋਲੇ ਕੈਲਕੂਲੇਟ ਕਰ ਲਈ ਤੁਸੀਂ ਈਜ਼ੀਲੀ ਅੱਗੇ ਤੁਸੀਂ ਇਹਨੂੰ ਕੈਲਕੂਲੇਟ ਕਰ ਸਕਦੇ ਹੋ, ਠੀਕ ਹੈ। ਹੁਣ ਆਪਾਂ ਨੂੰ ਕੀ ਕਰਨਾ ਕਿ 20 ਗ੍ਰਾਮ ਦੇ ਸੈਂਪਲ ਦੇ ਵਿੱਚ 60 ਗ੍ਰਾਮ ਸਾਡੇ ਕੋਲੇ ਕਾਰਬਨ ਆ। ਇਹਦਾ ਮਤਲਬ ਸਾਡੇ ਕੋਲੇ ਕਾਰਬਨ ਦੇ ਨੰਬਰ ਆਫ ਮੋਲਸ ਕਿੰਨੇ ਹੋਣਗੇ? ਅਸੀਂ ਕੀ ਕਰਾਂਗੇ ਕਿ ਜਿੰਨੀ ਇਹਦੀ ਪ੍ਰੈਜ਼ੈਂਸ ਆ 60% ਨੂੰ ਮਲਟੀਪਲਾਈ ਕਰ ਦਾਂਗੇ 20/100 ਨਾਲ, ਉਹ ਸੌਰੀ 60 ਬਾਈ, ਇੱਕ ਮਿੰਟ ਨਹੀਂ ਇਧਰ 20 ਲਿਖਣਾ ਸੀ, 20 into 60/100 क्योंकि 60% which is equal to 20 into 0.60 0.60 आ गया। ਇਹਦਾ ਮਤਲਬ ਕਾਰਬਨ ਦੇ ਕੋਲੇ ਤੁਹਾਡੇ ਕੋਲੇ ਕੈਲਕੂਲੇਸ਼ਨ ਆ ਗਈ ਗ੍ਰਾਮਸ ਦੇ ਵਿੱਚ ਕਿ 20 ਗ੍ਰਾਮ ਦੇ ਵਿੱਚ ਕਿੰਨੀ ਕਾਰਬਨ ਪ੍ਰੈਜ਼ੈਂਟ ਆ, ਠੀਕ ਹੈ। 20 ਗ੍ਰਾਮ ਦੇ ਵਿੱਚ ਕਿੰਨੀ ਕਾਰਬਨ ਪ੍ਰੈਜ਼ੈਂਟ ਆ। ਫਿਰ ਨਾਈਟ੍ਰੋਜਨ ਦੀ ਗੱਲ ਕਰੋਗੇ ਬੱਚੇ 20 into 14/100 which is equal to 20 into 0.14 ग्राम ਸਾਡੇ ਕੋਲੇ ਨਾਈਟ੍ਰੋਜਨ ਆ ਜਾਏਗੀ, ਠੀਕ ਹੈ 20 ਗ੍ਰਾਮ ਦੇ ਵਿੱਚੋਂ। ਫਿਰ ਉਸ ਤੋਂ ਬਾਅਦ ਕੀ ਆਏਗਾ ਬੱਚੇ ਸਾਡੇ ਕੋਲੇ 20 into ਸਾਡੇ ਕੋਲੇ 24 ਗ੍ਰਾਮ 24/100 which is equal to 20 into 0.24 ग्राम्स आ जाएगी ਸਾਡੇ ਕੋਲੇ ਕਿਹੜੀ ਸੀ, ਆਕਸੀਜਨ। ਐਂਡ ਦੈਨ ਹਾਈਡਰੋਜਨ ਨੂੰ ਵੀ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਕਿਹੜੇ ਤਰੀਕੇ ਨਾਲ ਕਰੋਗੇ? 20 ਗ੍ਰਾਮ ਦੇ ਵਿੱਚ ਜੇ ਸਾਡੇ ਕੋਲੇ 2% ਆ, ਹੁਣ ਇੱਥੇ ਥੋੜੀ ਗੜਬੜ ਹੋ ਜਾਂਦੀ ਹੈ ਬੱਚਿਆਂ ਤੋਂ, ਕਈਆਂ ਤੋਂ, ਕਿਉਂਕਿ 2% ਨੂੰ ਜੇ ਤੁਸੀਂ 0.2 ਲਿਖ ਦੋਗੇ ਤੇ ਬੱਚੇ ਉਹ ਗਲਤ ਹੋ ਜਾਊਗਾ, ਜਾਂ ਇਹਨੂੰ ਐਸ ਸੱਚ ਵੀ ਤੁਸੀਂ ਲਿਖ ਸਕਦੇ ਹੋ 2/100, ਠੀਕ ਹੈ। ਹੁਣ ਇੱਥੇ ਕੁਝ ਬੱਚੇ ਗੜਬੜ ਕਰ ਦਿੰਦੇ ਆ, ਮੈਂ ਉਹ ਗਲਤੀ ਕੀ ਆ ਮੈਂ ਉਹ ਦੱਸ ਦਿੰਦਾ ਤੁਹਾਨੂੰ। 20 into ਉਹ ਕੀ ਲਿਖ ਦਿੰਦੇ ਆ 0.2, ਹੁਣ ਇੱਥੇ ਗਲਤੀ ਹੋ ਗਈ। ਆ 0.2 ਦਾ ਮਤਲਬ ਗਲਤ ਹੋ ਗਿਆ, 0.2 ਨਹੀਂ ਇਹ 0.02 ਆ। ਹੁਣ ਜਿੱਦਾਂ ਹੀ ਤੁਸੀਂ ਇਹਨੂੰ ਮਲਟੀਪਲਾਈ ਕਰ ਲੋਗੇ ਬੱਚੇ, ਇਹਨੂੰ ਮਲਟੀਪਲਾਈ ਕਰਿਓ ਬੱਚੇ, ਕਿੰਨਾ ਆਊਗਾ 20 into 0.60 ਕਿੰਨਾ ਆਇਆ ਆਨਸਰ? ਕਿੰਨਾ ਬੱਚੇ, ਕਿੰਨਾ ਆंसर आया बच्चे?
20 into 0.60, बच्चों कैलकुलेट करके दस दो ना जल्दी। Sir, 12. 12 आउट ऑफ 20 ग्राम 12 ग्राम आ गई साडे कोले। हुण देख लो तुसी कि ਉਹਦਾ ਮਾਸ ਆ ਗਿਆ, ਜਿੰਨਾ ਮਾਸ ਆ ਇਹਦਾ ਮੋਲਰ ਮਾਸ ਤੁਹਾਨੂੰ ਕਾਰਬਨ ਦਾ ਪਤਾ ਹੋਊਗਾ। ਹੁਣ ਤੁਸੀਂ ਕਾਰਬਨ ਦਾ ਸੈਪਰੇਟ ਚਾਲੂ ਕਰਨਾ ਇੱਥੇ। ਹੁਣ ਦੇਖੋ 20 into 0.14 ਕਿੰਨੇ ਆਈ? 20 ਗ੍ਰਾਮ ਦੇ ਵਿੱਚੋਂ 12 ਗ੍ਰਾਮ ਤੁਹਾਡੇ ਕੋਲੇ ਕਾਰਬਨ ਆ। ਹੁਣ ਕਿੰਨਾ ਹੋਏਗਾ ਇਹਦਾ? 20 into 0.14 2.8. ਕਿੰਨਾ? 2.2 2.8. 2.8 ਬੱਚੇ ਕੋਈ ਗਲਤੀ ਨਾ ਹੋਵੇ। 2.8 ਗ੍ਰਾਮ ਜਿਹੜੀ ਹੈਗੀ ਆ ਉਹ 20 ਗ੍ਰਾਮਸ ਦੇ ਵਿੱਚੋਂ, ਕਿਉਂਕਿ ਆਪਾਂ ਨੂੰ ਸਾਰਾ ਟੋਟਲ ਕਰਨਾ ਫਿਰ 20 ਗ੍ਰਾਮ ਬਣਨਾ ਹੀ ਚਾਹੀਦਾ। 2.8 ਗ੍ਰਾਮ ਆ ਗਈ। ਹੁਣ 20 into 0.24 ਕਿੰਨਾ ਆਇਆ? $4.8. 4.8। ਹੁਣ ਸਾਡੇ ਕੋਲੇ 20 into 0.02 0.4. 0.4 4. मतलब ਕੀ ਹੈ ਬੱਚੇ? ਦੇਖੋ ਸਾਡੇ ਕੋਲੇ 20 ਗ੍ਰਾਮ ਦਾ ਸੈਂਪਲ ਸੀ ਜਿਹਦੇ ਵਿੱਚੋਂ ਸਾਨੂੰ ਮਾਸ ਦੇਖ ਰਿਹਾ 12 ਗ੍ਰਾਮ ਸਾਡੇ ਕੋਲੇ ਕਾਰਬਨ ਆ ਰਹੀ ਹੈ, 2.8 ਗ੍ਰਾਮ ਸਾਡੇ ਕੋਲੇ ਨਾਈਟ੍ਰੋਜਨ ਆ ਰਹੀ ਹੈ, 4.8 ਗ੍ਰਾਮ ਸਾਡੇ ਕੋਲੇ ਆਕਸੀਜਨ ਆ ਰਹੀ ਹੈ, 0.4 ਗ੍ਰਾਮ ਸਾਡੇ ਕੋਲੇ ਹਾਈਡਰੋਜਨ ਆ ਰਹੀ ਹੈ। ਬੱਚੇ ਜਦੋਂ ਸਾਨੂੰ ਆਹ ਡਾਟਾ ਮਿਲ ਗਿਆ ਆਪਾਂ ਇੱਥੋਂ ਥੋੜਾ ਰਬ ਕਰ ਦਿੰਨੇ ਆ। ਠੀਕ ਹੈ, ਇਹਦਾ ਮਤਲਬ ਕੀ ਆ ਕਿ ਇਹਨਾਂ ਸਾਰਿਆਂ ਨੂੰ ਟੋਟਲ ਕਰੋਗੇ ਤੇ 20 ਗ੍ਰਾਮ ਆ ਜਾਊਗਾ। ਹੁਣ ਪਰਸੈਂਟੇਜ ਦੇ ਹਿਸਾਬ ਨਾਲ ਸਾਨੂੰ ਡਾਟਾ ਮਿਲ ਗਿਆ। ਆ ਸੀ ਕਾਰਬਨ, ਆ ਸੀ ਨਾਈਟ੍ਰੋਜਨ, ਠੀਕ ਹੈ, ਆ ਸੀ ਆਕਸੀਜਨ ਐਂਡ ਆ ਸੀ ਹਾਈਡਰੋਜਨ। ਠੀਕ ਹੈ, ਹਾਈਡਰੋਜਨ ਆ ਗਈ, ਹਾਈਡਰੋਜਨ। ਠੀਕ ਹੈ, ਹੁਣ ਆਪਾਂ ਕੀ ਕਰਦੇ ਆ ਬੱਚੇ? ਹੁਣ ਆਪਾਂ ਕੀ ਕਰਦੇ ਆ ਇਸ ਚੀਜ਼ ਨੂੰ? ਹੁਣ ਜੇ 12 ਗ੍ਰਾਮ ਕਾਰਬਨ ਦੇ ਵਿੱਚ ਮਾਸ ਆ ਉਸ ਸੈਂਪਲ ਦੇ ਵਿੱਚ, ਤੇ ਆਪਾਂ ਕੀ ਕਰਾਂਗੇ? ਨੰਬਰ ਆਫ ਮੋਲਸ ਕਿਦਾਂ ਕੈਲਕੂਲੇਟ ਕਰਾਂਗੇ? n is equal to 12 divided by 12। ਠੀਕ ਹੈ, 12 ਗ੍ਰਾਮ ਸੈਂਪਲ ਆ ਨਾ ਸਾਡੇ ਕੋਲੇ, ਸੈਂਪਲ ਦੇ ਵਿੱਚ 12 ਗ੍ਰਾਮ ਆ, ਤੇ ਇਹਦਾ ਮਤਲਬ ਕਾਰਬਨ ਕਿੰਨੀ ਪ੍ਰੈਜ਼ੈਂਟ ਆ ਉਹਦੇ ਵਿੱਚ? ਵੁੱਡ ਦੇ ਸੈਂਪਲ ਦੇ ਵਿੱਚ ਉਹ ਆ 12 ਗ੍ਰਾਮ। ਤੇ ਆਪਣੇ ਕੋਲੇ ਕੀ ਸੀ ਕਿ ਜਿਹੜਾ weight ਹੋਊਗਾ ਉਹਦਾ 12 ਗ੍ਰਾਮ weight ਸੀ, ਉਹਨੂੰ 12 ਨਾਲ ਡਿਵਾਈਡ ਕਰਤਾ। ਹੁਣ ਨੰਬਰ ਆਫ ਮੋਲਸ ਆਫ ਕਾਰਬਨ ਇੰਨਾ ਆ ਗਿਆ, ਨੰਬਰ ਆਫ ਮੋਲਸ ਆਫ ਨਾਈਟ੍ਰੋਜਨ ਕਿੰਨਾ ਆਊਗਾ? 2.8 divided by 14 ਇੰਨੇ ਮੋਲਸ। ਫਿਰ ਆਕਸੀਜਨ ਦੇ ਨੰਬਰ ਆਫ ਮੋਲਸ ਕਿੰਨੇ ਆਉਣਗੇ? ਨੰਬਰ ਆਫ ਮੋਲਸ ਇਹਦੇ ਆਉਣਗੇ 4.8 divided by 16। ਹਾਈਡਰੋਜਨ ਦੇ ਨੰਬਰ ਆਫ ਮੋਲਸ ਕਿੰਨੇ ਆਉਣਗੇ? that is equal to 0.4 divided by 1। ਹੁਣ ਆ ਸਾਡੇ ਕੋਲੇ ਨੰਬਰ ਆਫ ਮੋਲਸ ਆ ਗਏ ਉਸ ਵੁੱਡ ਦੇ ਸੈਂਪਲ ਦੇ ਵਿੱਚ ਉਹਨਾਂ ਦੀ ਪਰਸੈਂਟੇਜ ਦੇ ਹਿਸਾਬ ਨਾਲ। ਹੁਣ ਜੇ ਇੰਨੇ ਮੋਲਸ ਕਾਰਬਨ ਆ, 1 ਮੋਲ ਕਾਰਬਨ ਦਾ ਕਿੰਨਾ ਹੁੰਦਾ? 6.023 into 10 raised to 23। ਇੱਕ ਕਾਰਬਨ ਚ ਇਲੈਕਟ੍ਰੋਨ ਕਿੰਨੇ ਹੁੰਦੇ ਆ? 6। ਠੀਕ ਹੈ, ਉਹਨਾਂ ਨੂੰ ਉਹਦੇ ਨਾਲ ਮਲਟੀਪਲਾਈ ਕਰ ਦੋਗੇ। ਹੁਣ ਜੋ ਮੈਂ ਇੱਥੇ ਲਿਖ ਦੇਣਾ, ਆ ਮਿਟਾਉਣ ਲੱਗਾ। ਹੁਣ ਆ ਤੇ ਨੰਬਰ ਆਫ ਮੋਲਸ ਆਏ ਸੀ। ਜਦੋਂ ਤੁਸੀਂ ਇਹਨਾਂ ਨੂੰ ਕੀ ਕਰੋਗੇ ਕਿ ਨੰਬਰ ਆਫ ਕਾਰਬਨ ਐਟਮਸ ਕਰ ਦੋਗੇ ਤੇ ਇਹਦੇ ਵਿੱਚ ਤੁਹਾਨੂੰ 6.023 into 10 raised to 23 ਕਰਨਾ ਪਏਗਾ। ਨੰਬਰ ਆਫ ਨਾਈਟ੍ਰੋਜਨ ਐਟਮਸ ਕਰ ਦੋਗੇ ਤੇ ਤੁਹਾਨੂੰ ਇਹਦੇ ਵਿੱਚ ਵੀ 6.023 into 10 raised to 23 ਕਰਨਾ ਪਏਗਾ। ਨੰਬਰ ਆਫ ਆਕਸੀਜਨ ਐਟਮਸ ਕਰ ਦੋਗੇ ਤੇ ਤੁਹਾਨੂੰ ਇਹਦੇ ਚ ਵੀ 6.023 into 10 raised to 23, ਕਿਉਂਕਿ ਇੰਨੇ ਮੋਲਸ ਨੇ, 1 ਮੋਲ ਚ ਇੰਨਾ ਜਿੰਨੇ ਹੋਣਗੇ ਉਹਦੇ ਚ ਮਲਟੀਪਲਾਈ ਕਰ ਦੋਗੇ ਤੁਸੀਂ। ਹੁਣ ਨੰਬਰ ਆਫ ਹਾਈਡਰੋਜਨ ਐਟਮਸ ਆ ਜਾਣਗੇ ਤੇ ਨੰਬਰ ਆਫ ਹਾਈਡਰੋਜਨ ਐਟਮਸ ਕਿੰਨੇ ਨੇ? ਇਹਦੇ ਵਿੱਚ ਤੁਸੀਂ 6.023 into 10 raised to 23 ਮਲਟੀਪਲਾਈ ਕਰ ਦੋਗੇ। ਹੁਣ ਦੇਖੋ ਬੱਚੇ, ਅਸੀਂ ਕੁਐਸਚਨ ਦੇ ਇਹੋ ਜੀ ਜਗ੍ਹਾ ਤੇ ਪਹੁੰਚ ਗਏ ਆ ਜਿੱਥੇ ਸਾਡੇ ਕੋਲੇ 20 ਗ੍ਰਾਮ ਦੇ ਵਿੱਚ ਉਹਨਾਂ ਦੀ ਪਰਸੈਂਟੇਜ ਦੇ ਹਿਸਾਬ ਨਾਲ ਸਾਨੂੰ ਨੰਬਰ ਆਫ ਐਟਮਸ ਮਿਲ ਗਿਆ। ਹੁਣ ਜਦੋਂ ਨੰਬਰ ਆਫ ਐਟਮਸ ਮਿਲ ਗਿਆ ਤੇ ਜਿੱਦਾਂ ਹੀ ਤੁਸੀਂ
ਐਟਮਸ ਦੀ ਜਗ੍ਹਾ ਤੇ ਇਲੈਕਟ੍ਰੋਨ ਲਾਓਗੇ, ਕਾਰਬਨ ਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ 6, ਇੱਥੇ 6 ਨਾਲ ਮਲਟੀਪਲਾਈ ਕਰ ਦਿਓ। ਹੁਣ ਐਟਮ ਦੀ ਜਗ੍ਹਾ ਤੇ ਜਿੱਦਾਂ ਹੀ ਤੁਸੀਂ ਇਲੈਕਟ੍ਰੋਨ ਲਾਓਗੇ, ਨਾਈਟ੍ਰੋਜਨ ਦੇ ਵਿੱਚ ਕਿੰਨੇ ਹੁੰਦੇ ਆ 7 ਪ੍ਰੋਟੋਨ 7 ਇਲੈਕਟ੍ਰੋਨ 7 ਨਿਊਟ੍ਰੋਨਸ। ਆਕਸੀਜਨ ਐਟਮ ਦੀ ਜਗ੍ਹਾ ਤੇ ਜੇ ਤੁਸੀਂ ਆਕਸੀਜਨ ਇਲੈਕਟ੍ਰੋਨ ਕਰ ਦੋਗੇ ਤੇ ਇੱਥੇ ਤੁਹਾਨੂੰ ਇਹਦੇ ਨਾਲ ਕਿੰਨੇ ਨਾਲ ਮਲਟੀਪਲਾਈ ਕਰਨਾ ਪਊਗਾ 8 ਨਾਲ। ਹੁਣ ਹਾਈਡਰੋਜਨ ਐਟਮ ਆ, ਹਾਈਡਰੋਜਨ ਐਟਮ ਦੇ ਵਿੱਚ ਜੇ ਤੁਸੀਂ ਇਲੈਕਟ੍ਰੋਨਸ ਨੂੰ ਕੈਲਕੂਲੇਟ ਕਰੋਗੇ ਤੇ ਇਹਨੂੰ 1 ਨਾਲ ਮਲਟੀਪਲਾਈ ਕਰ ਦੋਗੇ। ਹੁਣ ਤੁਹਾਡੇ ਕੋਲੇ ਆ ਗਿਆ ਡਾਟਾ ਕਾਰਬਨ ਦਾ, ਆ ਗਿਆ ਇਲੈਕਟ੍ਰੋਨਸ ਦਾ ਡਾਟਾ ਨਾਈਟ੍ਰੋਜਨ ਦਾ, ਆ ਡਾਟਾ ਤੁਹਾਡੇ ਕੋਲੇ ਆ ਗਿਆ ਆਕਸੀਜਨ ਦਾ, ਆ ਡਾਟਾ ਆ ਗਿਆ ਤੁਹਾਡੇ ਕੋਲੇ ਹਾਈਡਰੋਜਨ ਦਾ। ਹੁਣ ਇਲੈਕਟ੍ਰੋਨਸ ਪ੍ਰੈਜ਼ੈਂਟ ਨੇ, ਇਹ ਸਾਰਾ ਸੈਂਪਲ ਕੀ ਆ 20 ਗ੍ਰਾਮ ਦੇ ਹਿਸਾਬ ਨਾਲ, 20 ਗ੍ਰਾਮ ਦੇ ਵਿੱਚ ਜਿੰਨੀ ਜਿੰਨੀ ਉਹਨਾਂ ਦੀ ਪਰਸੈਂਟੇਜ ਸੀ ਉਸੇ ਹਿਸਾਬ ਨਾਲ ਆਪਾਂ ਕੀ ਕੀਤਾ ਉਹਨਾਂ ਨੂੰ ਕੈਲਕੂਲੇਟ ਕਰ ਲਿਆ। ਹੁਣ ਜਦੋਂ ਆਪਾਂ ਇਹਨਾਂ ਨੂੰ ਕੈਲਕੂਲੇਟ ਕਰ ਲਿਆ ਤਾਂ ਹੁਣ ਸਾਡੇ ਕੋਲੇ ਲਾਸਟ ਸਟੈਪ ਕੀ ਆ, ਕਿਉਂਕਿ ਸਾਡੇ ਕੋਲੇ ਨੰਬਰ ਆਫ ਇਲੈਕਟ੍ਰੋਨਸ ਫਾਈਂਡ ਆਊਟ ਕਰਨੇ ਆ ਅਸੀਂ, ਇਹਦਾ ਮਤਲਬ ਉਹ ਟੋਟਲ ਹੋਏਗਾ। ਤੇ ਜੇ ਇਸ ਡਾਟੇ ਨੂੰ ਮੈਂ ਇਹਦੇ ਨਾਲ ਜੋੜਦਾ, ਇਹਨੂੰ ਮੈਂ ਇਹਦੇ ਨਾਲ ਜੋੜਦਾ, ਇਹਨੂੰ ਮੈਂ ਇਹਦੇ ਨਾਲ ਜੋੜਦਾ, ਸਾਰਿਆਂ ਨੂੰ ਪਲੱਸ ਕਰਦਾ ਤੇ ਮੇਰੇ ਕੋਲੇ ਟੋਟਲ ਨੰਬਰ ਆਫ ਇਲੈਕਟ੍ਰੋਨਸ ਆ ਜਾਣਗੇ 20 ਗ੍ਰਾਮ ਦੇ ਵਿੱਚ ਜਿੰਨੀ ਜਿੰਨੀ ਪਰਸੈਂਟੇਜ ਸਾਨੂੰ ਗਿਵਨ ਆ ਉਸ ਹਿਸਾਬ ਨਾਲ। ਸਮਝ ਲੱਗੀ ਬੱਚੇ? यस सर। ਬਿਲਕੁਲ ਸਿੰਪਲ ਆ, ਕੋਈ ਏਡਾ ਔਖਾ ਨਹੀਂ ਆ। ਲੇਕਿਨ ਗੱਲ ਇਹ ਹੈ ਕਿ ਇਹ ਥੋੜਾ ਡਿਫਰੈਂਟ ਤਰੀਕੇ ਦਾ ਸੀ, ਪਰਸੈਂਟੇਜ ਵਾਲਾ ਕੁਐਸਚਨ ਸੀ। ਵੈਸੇ ਤੇ ਤੁਹਾਨੂੰ ਨਹੀਂ ਆਏਗਾ, ਲੇਕਿਨ ਫਿਰ ਵੀ ਇਹ ਹੁੰਦਾ ਕਿ ਜੇ ਉਹ ਪਰਸੈਂਟੇਜ ਦੇ ਉੱਤੇ ਵੀ ਕੋਈ ਕੁਐਸਚਨ ਪੁੱਛ ਲੈਣ ਤੇ ਪਰਸੈਂਟੇਜ ਦੇ ਵਿੱਚੋਂ ਤੁਹਾਨੂੰ ਕੈਲਕੂਲੇਟ ਕਰਨਾ ਆਉਣਾ ਚਾਹੀਦਾ ਕਿ ਕਿਹੜੇ ਤਰੀਕੇ ਨਾਲ ਤੁਸੀਂ ਉਹਨੂੰ ਕੈਲਕੂਲੇਟ ਕਰੋਗੇ। ਠੀਕ ਹੈ, ਤੁਸੀਂ ਸਿੰਪਲ ਜਿੱਦਾਂ 20 ਗ੍ਰਾਮ ਸੈਂਪਲ ਸੀ, 20 ਗ੍ਰਾਮ ਨੂੰ ਮਲਟੀਪਲਾਈ ਕਰ ਦੇਣਾ ਉਹਦੀ ਪਰਸੈਂਟੇਜ ਦੇ ਨਾਲ। ਠੀਕ ਹੈ, ਜਿੱਦਾਂ 60% ਸੀ ਆ, ਉਹਨੂੰ 60/100 ਕਰਤਾ। ਆ ਮੈਨੂੰ ਪਤਾ ਨਹੀਂ ਕਿੰਨਾ ਪਰਸੈਂਟ ਸੀ, 14%। ਤੇ ਇਹਨੂੰ ਕੀ ਕਰਨਾ ਤੁਸੀਂ 14 ਡਿਵਾਈਡਡ ਬਾਈ ਕਰ ਦੇਣਾ ਉਹਦੇ ਨਾਲ 100 ਦੇ ਨਾਲ, ਤੇ 20 into 14 ਡਿਵਾਈਡਡ ਬਾਈ 100। ਉਹੀ ਸਟੈਪ ਇੱਕ ਇੰਪੋਰਟੈਂਟ ਆ, ਉਹਨੂੰ ਤੁਹਾਨੂੰ ਆ ਜਾਊਗਾ। ਹੁਣ ਤੁਸੀਂ ਆ ਸਾਰੇ ਡਾਟੇ ਨੂੰ ਜੋੜ ਦੋਗੇ, ਇੰਨੇ ਇਲੈਕਟ੍ਰੋਨ ਹੋਣਗੇ 20 ਗ੍ਰਾਮ ਸੈਂਪਲ ਆਫ ਵੁੱਡ, ਜਿਹਦੇ ਵਿੱਚ 60% ਆਪਣੇ ਕੋਲੇ ਕੀ ਆ ਕਾਰਬਨ ਆ, ਨਾਈਟ੍ਰੋਜਨ ਜਿਹੜੀ ਹੈਗੀ 14% ਆ, ਆਕਸੀਜਨ ਕਿੰਨੀ ਪਰਸੈਂਟ 24% ਐਂਡ ਹਾਈਡਰੋਜਨ 2%। ਠੀਕ ਹੈ, ਇਸ ਕੁਐਸਚਨ ਦਾ ਪਤਾ ਲੱਗ ਗਿਆ ਬੱਚੇ? ਪਤਾ ਲੱਗ ਗਿਆ ਬੱਚੇ? यस सर। ਓਕੇ यस सर। ਓਕੇ, ਥੈਂਕ ਯੂ ਬੱਚੇ। ਹੁਣ ਕੀ ਹੁੰਦਾ ਕਿ ਸਾਡੇ ਕੋਲੇ weight ਦੇ ਹਿਸਾਬ ਨਾਲ ਬੱਚੇ ਸਾਰਾ ਡਾਟਾ ਕਲੀਅਰ ਹੋ ਗਿਆ, weight ਦੇ ਹਿਸਾਬ ਨਾਲ ਸਾਰਾ ਡਾਟਾ ਕਲੀਅਰ ਹੋ ਗਿਆ। ਹੁਣ ਅਸੀਂ ਕੀ ਕਰਦੇ ਹਾਂ ਕਿ ਵੋਲਿਊਮ ਚ ਲੈਂਦੇ ਆ ਸੈਂਪਲ। ਠੀਕ ਹੈ, ਵੋਲਿਊਮ ਚ ਕੋਈ ਸੈਂਪਲ ਲੈ ਲੈਂਦੇ ਆ। ਫॉर एग्जांपल ਮੇਰੇ ਕੋਲੇ ਇੱਕ ਸੈਂਪਲ ਆ, ਉਹਨਾਂ ਨੇ ਕਿਹਾ ਕਿ 224 ml ਮੇਰੇ ਕੋਲੇ CO2 ਪ੍ਰੈਜ਼ੈਂਟ ਆ NTP ਦੇ ਉੱਤੇ, ਮਤਲਬ ਨਾਰਮਲ ਟੈਂਪਰੇਚਰ ਪ੍ਰੈਸ਼ਰ। ਨਾਰਮਲ ਟੈਂਪਰੇਚਰ ਪ੍ਰੈਸ਼ਰ ਕਿਹਨੂੰ ਕਹਿੰਦੇ ਆ ਅਸੀਂ ਕਿ 1 ਐਟਮੋਸਫੇਅਰ ਦਾ ਪ੍ਰੈਸ਼ਰ ਹੋਵੇ, ਠੀਕ ਹੈ, ਐਂਡ ਟੈਂਪਰੇਚਰ ਹੋਏ 273 ਕੈਲਵਿਨ, ਜਿਹਨੂੰ ਆਪਾਂ 0 ਡਿਗਰੀ ਸੈਲਸੀਅਸ ਵੀ ਕਹਿ ਦਿੰਦੇ ਆ। ਅਸੀਂ ਕੈਲਵਿਨ ਚ ਹੀ ਟੈਂਪਰੇਚਰ ਲਵਾਂਗੇ ਕਿਉਂਕਿ 0 ਕੈਲਵਿਨ ਇਜ਼ ਇਕੁਅਲ ਟੂ 273 ਸੌਰੀ 0 ਡਿਗਰੀ ਸੈਲਸੀਅਸ ਇਜ਼ ਇਕੁਅਲ ਟੂ 273 ਕੈਲਵਿਨ ਦੇ ਬਰਾਬਰ ਆ। ਆਪਣੇ ਕੋਲੇ ਕੀ ਹੁੰਦਾ ਸੀ, ਸਾਨੂੰ ਪਤਾ ਸੀ ਕਿ ਐਨਟੀਪੀ ਦੀ ਕੰਡੀਸ਼ਨ ਜਿਹੜੀ ਹੁੰਦੀ ਆ, ਕਿਉਂਕਿ ਐਵੋਗੈਡਰੋਜ਼ ਲਾਅ ਨੇ ਸਾਨੂੰ ਦੱਸਿਆ ਸੀ ਕਿ ਐਟ ਐਨਟੀਪੀ ਦੇ ਉੱਤੇ ਇਕੁਅਲ ਵੋਲਿਊਮ ਆਫ ਆਲ ਗੈਸਸ ਹੈਵ ਸੇਮ ਨੰਬਰ ਆਫ ਮੋਲਸ। ਇਹਦਾ ਮਤਲਬ ਕੀ ਨਿਕਲ ਕੇ ਆਉਂਦਾ ਕਿ ਜੇ ਅਸੀਂ ਐਨਟੀਪੀ ਦੀ ਗੱਲ ਕਰਾਂਗੇ ਤੇ ਸਾਡੇ ਕੋਲੇ ਇਕੁਅਲ ਵੋਲਿਊਮ ਦੀਆਂ ਗੈਸਸ ਜਿਹੜੀਆਂ ਹੈਗੀਆਂ ਉਹ ਸੇਮ ਨੰਬਰ ਆਫ ਮੋਲਸ ਕਰਨਗੀਆਂ, ਐਂਡ ਉਹਨਾਂ ਦਾ ਮੋਲਰ ਵੋਲਿਊਮ ਹੁੰਦਾ ਉਸ ਟਾਈਮ ਤੇ ਕਿ 1 ਮੋਲ ਗੈਸ ਆ ਉਹਦਾ ਵੋਲਿਊਮ 22.4 ਲੀਟਰ ਹੀ ਹੁੰਦਾ। ਠੀਕ ਹੈ, 1 ਮੋਲ ਕੋਈ ਵੀ ਗੈਸ ਹੋਏਗੀ ਇਸ ਦੇ ਉੱਤੇ ਤੇ ਉਹਦਾ ਵੋਲਿਊਮ ਹੈਗਾ 22.4 ਲੀਟਰ। ਠੀਕ ਹੈ, ਹੁਣ ਤੁਸੀਂ ਇੱਥੇ ਇੱਕ ਚੀਜ਼ ਦਾ ਧਿਆਨ ਰੱਖਣਾ ਬੱਚੇ, ਕਿਉਂਕਿ ਕਾਫੀ ਬੱਚੇ ਗਲਤੀ ਕਰ ਜਾਂਦੇ ਆ। ਹੁਣ ਸਾਨੂੰ ਯੂਨਿਟ ml ਚ ਮਿਲੀ ਆ, ਇਹਦਾ ਮਤਲਬ ਕੀ ਹੈ ਕਿ ਤੁਸੀਂ ml ਚ ਹੀ ਆਨਸਰ ਦੋਗੇ ਇਹਦਾ। ਠੀਕ ਹੈ, ਤੁਸੀਂ ਇਹਦਾ ਆਨਸਰ ਵੀ ml ਚ ਹੀ ਲਿਖੋਗੇ, ਮਤਲਬ ਮੋਲ ਨੂੰ ਵੀ ਤੁਸੀਂ ਵੋਲਿਊਮ ਵੀ ml ਚ ਹੀ ਲਿਖੋਗੇ। ਤੇ ਜਦੋਂ ਤੁਸੀਂ ਲੀਟਰ ਨੂੰ ml ਚ ਕਨਵਰਟ ਕਰੋਗੇ ਤੇ that will be 22400। ਠੀਕ ਹੈ, ml। ਇਹਦਾ ਮਤਲਬ ਹੁਣ ਸਾਡੇ ਕੋਲ ਜਿਹੜਾ ਨੰਬਰ ਆਫ ਮੋਲਸ ਇਹਦੇ ਕੈਲਕੂਲੇਟ ਕਰਨੇ ਆ, ਨੰਬਰ ਆਫ ਮੋਲਸ ਅਸੀਂ
ਜਾਂ ਸਾਡੇ ਕੋਲ ਕੁਐਸਚਨ ਆ ਗਿਆ ਕਿ ਨੰਬਰ ਆਫ ਐਟਮਸ ਕੈਲਕੂਲੇਟ ਕਰੋ। ਹੁਣ ਤੁਹਾਨੂੰ ਵੀ ਪਤਾ ਕਿ ਪਹਿਲਾਂ ਤੁਸੀਂ CO2 ਦੇ ਮੋਲੀਕਿਊਲਸ ਨੂੰ ਕੈਲਕੂਲੇਟ ਕਰੋਗੇ, ਫਿਰ ਜਿੰਨੇ ਉਹਦੇ ਮੋਲੀਕਿਊਲਸ ਹੋਣਗੇ, ਹਰ ਮੋਲੀਕਿਊਲ ਦੇ ਵਿੱਚ 3 ਐਟਮਸ ਨੇ, ਇੱਕ ਕਾਰਬਨ ਦਾ ਤੇ 2 ਆਕਸੀਜਨ ਦੇ, ਉਹਨਾਂ ਨੂੰ ਕੈਲਕੂਲੇਟ ਕਰੋਗੇ। ਹੁਣ ਸਭ ਤੋਂ ਪਹਿਲਾਂ ਸਾਡੇ ਕੋਲੇ ਨੰਬਰ ਆਫ ਮੋਲਸ ਕੀ ਹੁੰਦਾ ਇਨ ਕੇਸ ਆਫ ਵੋਲਿਊਮ, ਜਿੰਨਾ ਉਹਦਾ ਵੋਲਿਊਮ ਗਿਵਨ ਆ, ਵੋਲਿਊਮ ਬਾਏ ਮੋਲਰ ਵੋਲਿਊਮ ਕਰ ਦਿੰਦੇ ਹਾਂ ਅਸੀਂ, ਮੋਲਰ ਵੋਲਿਊਮ। ਹੁਣ ਸਾਡੇ ਕੋਲੇ ਕਿੰਨਾ ਆ ਜਾਊਗਾ 224 ਉੱਤੇ ਆ ml ਤੇ ਥੱਲੇ ਵੀ ਅਸੀਂ 22400 ml ਲਿਖਤਾ, ਠੀਕ ਹੈ। 224 ml ਉੱਤੇ ਆ ਤੇ 22400 ml ਥੱਲੇ ਆ, ਇਹਦਾ ਮਤਲਬ ml ਨਾਲ ml ਯੂਨਿਟ ਕੱਟੀ ਜਾਏਗੀ ਤੇ ਆ ਮੋਲਸ ਬਣ ਜਾਣਗੇ, ਕਿਉਂਕਿ ਅਸੀਂ ਨੰਬਰ ਆਫ ਮੋਲਸ ਹੀ ਕੈਲਕੂਲੇਟ ਕਰ ਰਹੇ ਹਾਂ। ਤੁਸੀਂ ਹੁਣ ਇਹਨੂੰ ਕਰ ਸਕਦੇ ਜੋ, ਜੇ 20 ਤੁਸੀਂ ਕੱਟੋਗੇ 224 ਤੇ ਕੱਟਿਆ ਹੀ ਜਾਣਾ ਇਹਦੇ ਨਾਲ, ਠੀਕ ਹੈ। ਈਜ਼ੀਲੀ ਤੁਹਾਡੇ ਕੋਲੇ ਆਨਸਰ ਆ ਜਾਏਗਾ। ਜੇ ਤੁਸੀਂ ਨਹੀਂ ਵੀ ਕੱਟਣਾ ਚਾਹੁੰਦੇ ਨਾ ਵੀ ਕੱਟੋ, ਠੀਕ ਹੈ। ਹੁਣ ਸਾਡੇ ਕੋਲੇ ਕੀ ਆ ਕਿ ਆਪਾਂ ਇਹਨੂੰ ਐਸ ਸੱਚ ਹੀ ਲੈ ਲੈਨੇ ਆ। ਹੁਣ ਅਸੀਂ ਕੀ ਕਰਾਂਗੇ ਕਿ ਨੰਬਰ ਆਫ CO2 ਮੋਲੀਕਿਊਲਸ ਕਿੰਨੇ ਹੋਣਗੇ, ਉਹ ਹੋਣਗੇ 224 ਡਿਵਾਈਡਡ ਬਾਈ 22400 into 6.023 into 10⁻23, ਕਿਉਂਕਿ 1 ਮੋਲ ਚ ਇੰਨੇ ਆ ਤੇ ਇੰਨੇ ਮੋਲਸ ਕਿੰਨੇ ਹੋਣਗੇ, ਆਪਾਂ ਸਿੰਪਲੀ ਉਹਨਾਂ ਨੂੰ ਮਲਟੀਪਲਾਈ ਕਰ ਦਾਂਗੇ। ਇਹ ਆ ਗਏ CO2 ਦੇ ਮੋਲੀਕਿਊਲਸ। ਲੇਕਿਨ ਜੇ ਅਸੀਂ ਨੰਬਰ ਆਫ ਐਟਮਸ ਨੂੰ ਫਾਈਂਡ ਆਊਟ ਕਰਨਾ, ਤੇ ਫਿਰ ਸਾਡੇ ਕੋਲੇ ਕੀ ਆਊਗਾ 224 ਡਿਵਾਈਡਡ ਬਾਈ 22400 into 6.023 into 10⁻23 into 3 ਆ ਸਾਡੇ ਕੋਲੇ ਇਹਦੇ ਚ ਨੰਬਰ ਆਫ ਐਟਮਸ ਆ ਜਾਣਗੇ। ਠੀਕ ਹੈ ਬੱਚੇ, ਸਮਝ ਲੱਗੀ? Yes, sir. ਅੱਜ ਦੀ ਕਲਾਸ ਬੱਚੇ ਆਪਾਂ ਇੱਥੇ ਤੱਕ ਰੱਖਦੇ ਹਾਂ, ਕਿਉਂਕਿ ਸਿੰਪਲ ਕੁਐਸਚਨ ਨੇ। ਹੁਣ ਤੁਸੀਂ ਇਹਦੇ ਵਿੱਚ ਵੀ ਜੇ ਮੰਨ ਲਓ ਕਿ ਐਟਮਸ ਨੂੰ ਫਾਈਂਡ ਆਊਟ ਕਰਨਾ, ਤੁਸੀਂ 3 ਨਾਲ ਮਲਟੀਪਲਾਈ ਕਰ ਦਿਓ। ਇਫ ਯੂ ਆਰ ਗੋਇੰਗ ਟੂ ਕੈਲਕੂਲੇਟ ਨੰਬਰ ਆਫ ਪ੍ਰੋਟੋਨਸ, ਜਿਵੇਂ ਮੰਨ ਲਓ ਕਿ ਇੱਥੇ ਨੰਬਰ ਆਫ ਪ੍ਰੋਟੋਨਸ ਕਰ ਦੇਣਾ ਕਿ ਪ੍ਰੋਟੋਨਸ ਕਿੰਨੇ ਨੇ, ਪ੍ਰੋਟੋਨਸ ਜਾਂ ਇਲੈਕਟ੍ਰੋਨਸ ਕਰ ਦੇਣਾ। ਹੁਣ ਤੁਹਾਨੂੰ ਪਤਾ ਕਿ ਕਾਰਬਨ ਦੇ ਪ੍ਰੋਟੋਨਸ ਕਿੰਨੇ ਹੁੰਦੇ ਆ 6 ਪਲੱਸ ਆਕਸੀਜਨ ਦੇ ਪ੍ਰੋਟੋਨ ਕਿੰਨੇ ਹੁੰਦੇ ਆ 8 into 2 8 to the 16 16 plus 6 ਕਿੰਨੇ ਹੋ ਜਾਣਗੇ ਤੁਹਾਡੇ ਕੋਲੇ 16 plus 6 ਕਿੰਨੇ 22। ਇਹਦਾ ਮਤਲਬ ਜੇ ਨੰਬਰ ਆਫ ਪ੍ਰੋਟੋਨਸ ਕੈਲਕੂਲੇਟ ਕਰਨੇ ਆ ਤੇ ਤੁਸੀਂ ਇਥੋਂ ਐਟਮਸ ਨੂੰ ਹਟਾ ਕੇ ਇੱਥੇ ਪ੍ਰੋਟੋਨਸ ਜਿੱਦਾਂ ਹੀ ਲਾਓਗੇ, ਉਦੋਂ ਤੁਹਾਨੂੰ ਕਿਹਦੇ ਨਾਲ ਮਲਟੀਪਲਾਈ ਕਰਨਾ ਪਊਗਾ ਇੱਥੇ 22 ਦੇ ਨਾਲ। ਜਿੱਦਾਂ ਹੀ ਤੁਸੀਂ 22 ਦੇ ਨਾਲ ਮਲਟੀਪਲਾਈ ਕਰੋਗੇ, ਉਹ ਪ੍ਰੋਟੋਨਸ ਵੀ ਹੋ ਜਾਣਗੇ ਤੇ ਉਹ ਇਲੈਕਟ੍ਰੋਨਸ ਵੀ ਹੋ ਜਾਣਗੇ, ਕਿਉਂਕਿ ਨੰਬਰ ਆਫ ਪ੍ਰੋਟੋਨਸ ਤੇ ਇਲੈਕਟ੍ਰੋਨ ਸੇਮ ਹੀ ਹੁੰਦੇ ਆ। ਇਹ ਬੱਚੇ ਇੱਥੇ ਤੱਕ ਪਹੁੰਚਦੇ ਆ। ਤੁਹਾਡੇ ਕੋਲੇ ਪਾਰਟਿਕੂਲਰਲੀ ਕਿਹਾ ਜਾਏ ਕਿ ਨੰਬਰ ਆਫ ਆਕਸੀਜਨ ਐਟਮ ਕਿੰਨੇ ਨੇ, ਤੇ ਤੁਹਾਨੂੰ ਵੀ ਪਤਾ ਕਿ ਇੱਕ ਮੋਲੀਕਿਊਲ ਦੇ ਵਿੱਚ 3 ਐਟਮ ਨੇ, ਲੇਕਿਨ ਜਿਨ੍ਹਾਂ ਚੋਂ 2 ਹੀ ਸਿਰਫ ਆਕਸੀਜਨ ਦੇ ਐਟਮਸ ਆ। ਤੇ ਜੇ ਤੁਸੀਂ ਇੱਥੇ 2 ਨਾਲ ਮਲਟੀਪਲਾਈ ਕਰ ਦੋਗੇ ਤੇ ਤੁਹਾਡੇ ਕੋਲੇ ਨੰਬਰ ਆਫ ਆਕਸੀਜਨ ਐਟਮਸ ਆ ਜਾਣਗੇ ਇੱਥੇ। ਠੀਕ ਹੈ, ਤੁਸੀਂ ਕੋਈ ਵੀ ਚੀਜ਼ ਕੈਲਕੂਲੇਟ ਕਰ ਸਕਦੇ ਹੋ। ਇਹੀ ਆ ਮੋਲ ਕਨਸੈਪਟ ਬੱਚੇ। ਮੋਲ ਕਨਸੈਪਟ ਇਜ਼ ਵੈਰੀ ਮਚ ਹੈਲਪਫੁਲ ਟੂ ਕੈਲਕੂਲੇਟ ਦਾ ਅਮਾਉਂਟ ਨੂੰ, ਮਤਲਬ ਕੁਆਂਟੀਟੀ ਨੂੰ ਕੈਲਕੂਲੇਟ ਕਰਨ ਵਾਸਤੇ ਮੋਲ ਕਨਸੈਪਟ ਬਹੁਤ ਹੀ ਜ਼ਿਆਦਾ ਹੈਲਪਫੁਲ ਹੁੰਦਾ। ਐਂਡ ਆਪਾਂ ਕੱਲ ਨੂੰ ਹੁਣ ਗੱਲ ਕਰਾਂਗੇ ਜਿਹੜਾ ਕੁਐਸਚਨ ਆ, ਐਂਡ ਕੱਲ ਵੀ ਆਪਣਾ ਮੋਲ ਕਨਸੈਪਟ ਹੀ ਚੱਲੇਗਾ, ਲੇਕਿਨ ਕੁਐਸਚਨ ਕਿਹੜਾ ਤਰੀਕੇ ਦਾ ਹੋਏਗਾ ਜਿਹਦੇ ਵਿੱਚ ਐਨਟੀਪੀ ਕੰਡੀਸ਼ਨ ਜੇ ਨਾ ਹੋਊਗੀ। ਹੁਣ ਇਹਦਾ ਇਹ ਥੋੜੀ ਮਤਲਬ ਹੈ ਕਿ ਹਰ ਵੇਲੇ ਅਸੀਂ ਐਨਟੀਪੀ ਕੰਡੀਸ਼ਨ ਦੇ ਉੱਤੇ ਤੁਰੇ ਫਿਰਦੇ ਹਾਂ, 0 ਡਿਗਰੀ ਸੈਲਸੀਅਸ ਦੀ ਹੀ ਗੱਲ ਕਰਾਂਗੇ, ਨਹੀਂ 273 ਕੈਲਵਿਨ ਟੈਂਪਰੇਚਰ ਦੀ ਹੀ ਅਸੀਂ ਹਰ ਵੇਲੇ ਗੱਲ ਨਹੀਂ ਕਰਾਂਗੇ। ਇਫ ਵੀ ਹੈਵ ਟੈਂਪਰੇਚਰ ਜਿੱਦਾਂ ਮੰਨ ਲਓ 25 ਡਿਗਰੀ ਸੈਲਸੀਅਸ ਆ, 30 ਡਿਗਰੀ ਸੈਲਸੀਅਸ ਆ, 50 ਡਿਗਰੀ ਸੈਲਸੀਅਸ ਆ, ਤਾਂ ਵੀ ਤੇ ਉਹਦੇ ਵਿੱਚ ਕੈਲਕੂਲੇਸ਼ਨ ਕਰਨੀਆਂ ਬਹੁਤ ਜ਼ਰੂਰੀ ਨੇ। ਤੇ ਕੱਲ ਦਾ ਜਿਹੜਾ ਨੂਮੈਰੀਕਲ ਹੈ, ਕਿਉਂਕਿ ਹੁਣ ਉਹ ਖਤਮ ਨਹੀਂ ਹੋ ਸਕਦਾ, ਉਹ ਕੱਲ ਦੀ ਕਲਾਸ ਦੇ ਵਿੱਚ ਹੀ ਕਰਾਂਗੇ ਆਪਾਂ। ਐਂਡ ਉਹਦੇ ਵਿੱਚ ਹੋਊਗਾ ਕਿ ਐਨਟੀਪੀ ਦੀ ਕੰਡੀਸ਼ਨਸ ਨੂੰ ਆਪਾਂ ਫੋਲੋ ਨਹੀਂ ਕਰਾਂਗੇ। ਜਿੱਦਾਂ ਹੀ ਅਸੀਂ ਐਨਟੀਪੀ ਦੀ ਕੰਡੀਸ਼ਨਸ ਤੋਂ ਬਾਹਰ ਆਵਾਂਗੇ, ਉਸੇ ਟਾਈਮ ਤੇ ਸਾਡੇ ਕੋਲੇ ਕੀ ਹੈ ਕਿ ਥੋੜਾ ਜਿਹਾ ਇਹਦੇ ਚ ਕੰਪਲਿਕੇਸ਼ਨਸ ਆਉਂਦੀਆਂ ਜਾਣਗੀਆਂ। ਲੇਕਿਨ ਹਾਂ, ਇਹ ਜ਼ਰੂਰ ਆ ਕਿ ਅਸੀਂ ਉਹਦੇ ਚ ਨੰਬਰ ਆਫ ਐਟਮਸ ਕੈਲਕੂਲੇਟ ਕਰ ਸਕਦੇ, ਨੰਬਰ ਆਫ ਮੋਲੀਕਿਊਲਸ ਕੈਲਕੂਲੇਟ ਕਰ ਸਕਦੇ, ਨੰਬਰ ਆਫ ਐਟਮਸ ਕੈਲਕੂਲੇਟ ਕਰ ਸਕਦੇ, ਨੰਬਰ ਆਫ ਪ੍ਰੋਟੋਨਸ, ਇਲੈਕਟ੍ਰੋਨਸ, ਜੋ ਮਰਜ਼ੀ ਤੁਸੀਂ ਕੈਲਕੂਲੇਟ ਕਰ ਸਕਦੇ। ਠੀਕ ਹੈ ਬੱਚੇ, ਹੋਰ ਬੱਚੇ ਅੱਜ ਦੀ ਕਲਾਸ ਦੇ ਵਿੱਚ ਕੋਈ ਪ੍ਰੋਬਲਮ ਤੇ ਦੱਸ ਸਕਦੇ ਜੋ।